ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਜੀ ਤੁਹਾਡੇ? ਉਮੀਦ ਕਰਦੇ ਹਾਂ ਕਿ ਸਭ ਦੇ ਹਾਲ ਚਾਲ ਵਧੀਆ ਹੋਣਗੇ। ਤੇ ਅੱਜ ਆਪਾਂ ਗੱਲ ਕਰਾਂਗੇ ਕਿ ਸ਼ੇਅਰ ਮਾਰਕੀਟ ਕੀ ਹੈ, ਕਿਉਂ ਹੈ ਤੇ ਕਿਵੇਂ ਕੰਮ ਕਰਦਾ ਹੈ, ਕੀ ਫਾਇਦੇ ਹਨ ਤੇ ਕੀ ਨੁਕਸਾਨ ਹਨ, ਤੇ ਤੁਸੀਂ ਇਸ ਵਿੱਚ ਕਿਸ ਤਰ੍ਹਾਂ ਆਪਣੇ ਪੈਸੇ ਇਨਵੈਸਟ ਕਰ ਸਕਦੇ ਹੋ। ਚਲੋ ਆਓ ਜਾਣਦੇ ਹਾਂ ਸ਼ੇਅਰ ਮਾਰਕੀਟ ਬਾਰੇ ਇਸ ਵੀਡੀਓ ਵਿੱਚ। ਸੋ ਬੇਸਿਕਲੀ ਸਟਾਕ ਮਾਰਕੀਟ, ਸ਼ੇਅਰ ਮਾਰਕੀਟ, ਐਕੁਇਟੀ ਮਾਰਕੀਟ, ਇਹਨਾਂ ਤਿੰਨਾਂ ਦਾ ਇੱਕ ਹੀ ਮਤਲਬ ਹੈ ਦੋਸਤੋ। ਇਹ ਉਹ ਮਾਰਕੀਟ ਹੁੰਦਾ ਹੈ ਦੋਸਤੋ ਜਿਸ ਵਿੱਚ ਤੁਸੀਂ ਕਿਸੇ ਵੀ ਕੰਪਨੀ ਦੇ ਸ਼ੇਅਰਸ ਖਰੀਦ ਸਕਦੇ ਹੋ ਜਾਂ ਵੇਚ ਸਕਦੇ ਹੋ। ਇੱਥੇ ਸ਼ੇਅਰ ਖਰੀਦਣ ਤੋਂ ਮਤਲਬ ਹੈ, ਇਸ ਦਾ ਮਤਲਬ ਹੈ ਕਿ ਤੁਸੀਂ ਕਿਸੇ ਵੀ ਕੰਪਨੀ ਵਿੱਚ ਕੁਝ ਪਰਸੈਂਟ ਦੀ ਓਨਰਸ਼ਿਪ ਖਰੀਦ ਰਹੇ ਹੋ, ਯਾਨੀ ਕਿ ਤੁਸੀਂ ਉਸ ਕੰਪਨੀ ਦੇ ਕੁਝ ਪਰਸੈਂਟ ਹਿੱਸੇ ਦੇ ਮਾਲਕ ਬਣ ਰਹੇ ਹੋ। ਯਾਨੀ ਕਿ ਜੇਕਰ ਉਸ ਕੰਪਨੀ ਨੂੰ ਕੁਝ ਪ੍ਰੋਫਿਟ ਮੀਨਸ ਲਾਭ ਹੁੰਦਾ ਹੈ ਤਾਂ ਉਸ ਪ੍ਰੋਫਿਟ ਦਾ ਕੁਝ ਹਿੱਸਾ ਤੁਹਾਨੂੰ ਵੀ ਮਿਲੇਗਾ, ਅਤੇ ਜੇਕਰ ਉਸ ਕੰਪਨੀ ਨੂੰ ਕੋਈ ਲਾਸ ਹੁੰਦਾ ਹੈ ਤਾਂ ਉਹ ਤੁਹਾਨੂੰ ਵੀ ਸਹਿਣਾ ਪਵੇਗਾ। ਸ਼ੇਅਰ ਮਾਰਕੀਟ ਦੀ ਸ਼ੁਰੂਆਤ ਅੱਜ ਤੋਂ ਤਕਰੀਬਨ 400 ਸਾਲ ਪਹਿਲਾਂ ਹੋਈ ਸੀ। 1600 ਦੇ ਟਾਈਮ ਵਿੱਚ ਇੱਕ ਡੱਚ ਈਸਟ ਇੰਡੀਆ ਕੰਪਨੀ ਸੀ। ਜਿਵੇਂ ਕਿ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਸੀ, ਉਵੇਂ ਹੀ ਡੱਚ ਈਸਟ ਇੰਡੀਆ ਕੰਪਨੀ ਸੀ, ਜੋ ਕਿ ਅੱਜ ਦੇ ਸਮੇਂ ਵਿੱਚ ਨੀਦਰਲੈਂਡਸ ਹੈ। ਉਸ ਜ਼ਮਾਨੇ ਵਿੱਚ ਲੋਕ ਸ਼ਿਪਸ ਦੇ ਨਾਲ ਬਹੁਤ ਜ਼ਿਆਦਾ ਐਕਸਪਲੋਰਿੰਗ ਕਰਦੇ ਸਨ। ਪੂਰੀ ਦੁਨੀਆ ਦਾ ਨਕਸ਼ਾ ਹਾਲੇ ਡਿਸਕਵਰ ਨਹੀਂ ਹੋਇਆ ਸੀ, ਸੋ ਇੱਕ ਕੰਪਨੀ ਆਪਣੀ ਸ਼ਿਪਸ ਭੇਜਦੀ ਸੀ ਦੂਸਰੀ ਦੁਨੀਆ ਦੀ ਖੋਜ ਕਰਨ ਲਈ ਜਾਂ ਟ੍ਰੇਡ ਕਰਨ ਲਈ, ਯਾਨੀ ਕਿ ਵਪਾਰ ਕਰਨ ਲਈ। ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਹੁੰਦਾ ਸੀ ਜਹਾਜ਼ਾਂ ਵਿੱਚ ਬੈਠ ਕੇ, ਜਿਸ ਲਈ ਬਹੁਤ ਜ਼ਿਆਦਾ ਪੈਸੇ ਦੀ ਜ਼ਰੂਰਤ ਹੁੰਦੀ ਸੀ। ਪਰ ਉਸ ਜ਼ਮਾਨੇ ਵਿੱਚ ਕਿਸੇ ਕੋਲ ਵੀ ਇੰਨਾ ਜ਼ਿਆਦਾ ਪੈਸਾ ਨਹੀਂ ਸੀ, ਸੋ ਇਹਨਾਂ ਨੇ ਓਪਨਲੀ ਆਫਰ ਕੀਤਾ ਲੋਕਾਂ ਨੂੰ ਕਿ ਆਓ ਤੇ ਸਾਡੇ ਸ਼ਿਪਸ ਵਿੱਚ ਪੈਸਾ ਲਗਾਓ। ਕਿਉਂਕਿ ਜਦੋਂ ਵੀ ਇਹ ਸ਼ਿਪਸ ਇੰਨਾ ਲੰਬਾ ਸਫ਼ਰ ਕਰਕੇ ਕਿਸੇ ਹੋਰ ਦੇਸ਼ ਵਿੱਚ ਜਾਣਗੀਆਂ, ਉੱਥੋਂ ਜੋ ਵੀ ਖਜ਼ਾਨਾ ਲੈ ਕੇ ਆਉਣਗੀਆਂ ਤੇ ਜੋ ਵੀ ਪੈਸੇ ਕਮਾ ਕੇ ਆਉਣਗੀਆਂ, ਸੋ ਐਂਡ ਵਿੱਚ ਉਹਨਾਂ ਪੈਸਿਆਂ ਦਾ ਕੁਝ ਸ਼ੇਅਰ ਲੋਕਾਂ ਨੂੰ ਵੀ ਮਿਲ ਜਾਵੇਗਾ। ਪਰ ਇਹ ਕੰਮ ਬਹੁਤ ਜ਼ਿਆਦਾ ਰਿਸਕੀ ਹੁੰਦਾ ਸੀ ਦੋਸਤੋ, ਕਿਉਂਕਿ ਉਸ ਜ਼ਮਾਨੇ ਵਿੱਚ ਅੱਧੇ ਤੋਂ ਜ਼ਿਆਦਾ ਜਹਾਜ਼ ਜਾਂ ਤਾਂ ਵਾਪਿਸ ਹੀ ਨਹੀਂ ਆਉਂਦੇ ਸਨ, ਕਈ ਗੁੰਮ ਹੋ ਜਾਂਦੇ ਸਨ, ਕਈ ਟੁੱਟ ਜਾਂਦੇ ਸਨ ਜਾਂ ਲੁੱਟ ਲਏ ਜਾਂਦੇ ਸਨ। ਕੁਝ ਵੀ ਹੋ ਸਕਦਾ ਸੀ ਉਹਨਾਂ ਨਾਲ। ਸੋ ਇਨਵੈਸਟਰਸ ਨੇ ਦੇਖਿਆ ਕਿ ਕੰਮ ਬਹੁਤ ਰਿਸਕੀ ਹੈ, ਸੋ ਉਹਨਾਂ ਨੇ ਡਿਸਾਈਡ ਕੀਤਾ ਕਿ ਇੱਕ ਜਹਾਜ਼ ਤੇ ਪੈਸਾ ਲਗਾਉਣ ਦੀ ਬਜਾਏ 5-6 ਜਹਾਜ਼ ਤੇ ਪੈਸਾ ਲਗਾਓ, ਤਾਂ ਜੋ ਇੱਕ ਨਾ ਇੱਕ ਤਾਂ ਵਾਪਿਸ ਆਵੇ। ਇਸ ਤਰ੍ਹਾਂ ਇੱਕ ਜਹਾਜ਼ ਵਿੱਚ ਬਹੁਤ ਸਾਰੇ ਲੋਕਾਂ ਦਾ ਹਿੱਸਾ ਹੁੰਦਾ ਸੀ, ਸੋ ਇਸ ਤਰ੍ਹਾਂ ਇਹ ਸ਼ੇਅਰ ਮਾਰਕੀਟ ਕ੍ਰੀਏਟ ਹੋ ਗਿਆ ਅਤੇ ਉੱਥੇ ਓਪਨਲੀ ਬਿਡਿੰਗ ਹੁੰਦੀ ਸੀ, ਯਾਨੀ ਕਿ ਬੋਲੀ ਲਗਾਈ ਜਾਂਦੀ ਸੀ ਉਹਨਾਂ ਦੇ ਡੌਕਸ ਦੇ ਉੱਪਰ। ਡੌਕਸ ਉਹ ਥਾਂ ਹੁੰਦੀ ਹੈ ਜਿੱਥੋਂ ਜਹਾਜ਼ ਚੱਲਦੇ ਹਨ, ਰਵਾਨਾ ਹੁੰਦੇ ਹਨ। ਦੇਖਦੇ ਹੀ ਦੇਖਦੇ ਇਹ ਬਿਜ਼ਨਸ ਬਹੁਤ ਹੀ ਸਕਸੈਸਫੁਲ ਹੋ ਗਿਆ, ਕਿਉਂਕਿ ਕੰਪਨੀ ਨੂੰ ਜੋ ਪੈਸਿਆਂ ਦੀ ਕਮੀ ਹੁੰਦੀ ਸੀ ਉਹ ਆਮ ਲੋਕ ਪੂਰੀ ਕਰ ਦਿੰਦੇ ਸਨ ਤੇ ਆਮ ਲੋਕਾਂ ਨੂੰ ਇੱਥੇ ਹੋਰ ਜ਼ਿਆਦਾ ਪੈਸੇ ਕਮਾਉਣ ਦਾ ਮੌਕਾ ਮਿਲ ਜਾਂਦਾ ਸੀ। ਤੁਹਾਨੇ ਹਿਸਟਰੀ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਹੀ ਹੋਵੇਗਾ ਕਿ ਈਸਟ ਇੰਡੀਆ ਕੰਪਨੀ ਤੇ ਡੱਚ ਈਸਟ ਇੰਡੀਆ ਕੰਪਨੀ ਕਿੰਨੇ ਜ਼ਿਆਦਾ ਅਮੀਰ ਹੋ ਗਈਆਂ ਸਨ ਉਸ ਸਮੇਂ ਤੇ। ਅੱਜ ਦੇ ਸਮੇਂ ਦੋਸਤੋ ਹਰ ਕੰਟਰੀ ਵਿੱਚ ਆਪਣਾ ਸਟਾਕ ਐਕਸਚੇਂਜ ਹੈ ਤੇ ਹਰ ਕੰਟਰੀ ਸਟਾਕ ਮਾਰਕੀਟ ਤੇ ਬਹੁਤ ਜ਼ਿਆਦਾ ਡਿਪੈਂਡੈਂਟ ਬਣ ਗਈ ਹੈ। ਸਟਾਕ ਐਕਸਚੇਂਜ ਕੀ ਹੁੰਦਾ ਹੈ? ਸਟਾਕ ਐਕਸਚੇਂਜ ਉਹ ਜਗ੍ਹਾ ਹੈ ਜਾਂ ਕਹਿ ਲਵੋ ਕਿ ਉਹ ਬਿਲਡਿੰਗ ਹੈ ਜਿਸ ਵਿੱਚ ਲੋਕ ਕਿਸੇ ਕੰਪਨੀ ਦੇ ਸ਼ੇਅਰਸ ਨੂੰ ਖਰੀਦਦੇ ਹਨ ਜਾਂ ਵੇਚਦੇ ਹਨ। ਇਸ ਨੂੰ ਦੋ ਪ੍ਰਕਾਰ ਦੀ ਮਾਰਕੀਟ ਵਿੱਚ ਵੰਡਿਆ ਜਾ ਸਕਦਾ ਹੈ, ਪ੍ਰਾਇਮਰੀ ਮਾਰਕੀਟ ਜਾਂ ਸੈਕੰਡਰੀ ਮਾਰਕੀਟ। ਪ੍ਰਾਇਮਰੀ ਮਾਰਕੀਟ ਇਹ ਉਹ ਜਗ੍ਹਾ ਹੈ ਜਿੱਥੇ ਕੰਪਨੀਆਂ ਆ ਕੇ ਆਪਣੇ ਸ਼ੇਅਰਸ ਨੂੰ ਵੇਚਦੀਆਂ ਹਨ, ਪਰ ਕੰਪਨੀਆਂ ਦੇ ਉੱਪਰ ਨਿਰਭਰ ਕਰਦਾ ਹੈ ਕਿ ਉਹ ਆਪਣੇ ਸ਼ੇਅਰਸ ਦੇ ਕੀ ਪ੍ਰਾਈਸ ਰੱਖਦੀਆਂ ਹਨ। ਹਾਲਾਂਕਿ ਇਸ ਵਿੱਚ ਕੁਝ ਰੈਗੂਲੇਸ਼ਨਸ ਵੀ ਹੁੰਦੀਆਂ ਹਨ, ਪਰ ਕੰਪਨੀ ਜ਼ਿਆਦਾ ਪ੍ਰਾਈਸ ਨੂੰ ਉੱਪਰ ਨੀਚੇ ਨਹੀਂ ਕਰ ਸਕਦੀਆਂ। ਇਸ ਲਈ ਉਹ ਡਿਮਾਂਡ ਦੇ ਉੱਪਰ ਡਿਪੈਂਡ ਕਰਦਾ ਹੈ ਕਿ ਲੋਕ ਕਿੰਨਾ ਪ੍ਰਾਈਸ ਦੇਣ ਨੂੰ ਤਿਆਰ ਹਨ ਕੰਪਨੀ ਦੇ ਸ਼ੇਅਰਸ ਲਈ। ਜੇਕਰ ਇੱਕ ਕੰਪਨੀ ਦੀ ਵੈਲਿਊ 1 ਲੱਖ ਹੈ ਅਤੇ ਉਹ 1 ਲੱਖ ਸ਼ੇਅਰਸ ਵੰਡਦੀ ਹੈ ਤਾਂ ਉਸ ਸਮੇਂ ਉਹ 1 ਰੁਪਏ ਪ੍ਰਤੀ ਸ਼ੇਅਰ ਵੰਡ ਰਹੀ ਹੁੰਦੀ ਹੈ। ਪਰ ਜੇਕਰ ਉਸ ਦੀ ਡਿਮਾਂਡ ਜ਼ਿਆਦਾ ਹੈ ਤੇ ਹਰ ਕੋਈ ਉਸ ਕੰਪਨੀ ਦੇ ਸ਼ੇਅਰਸ ਨੂੰ ਖਰੀਦਣਾ ਚਾਹੁੰਦਾ ਹੈ ਤਾਂ ਉਹ ਪ੍ਰਾਈਸ ਨੂੰ ਵਧਾ ਦਿੰਦੇ ਹਨ। ਮੌਜੂਦਾ ਸਮੇਂ ਵਿੱਚ ਕੰਪਨੀਆਂ ਦੋ ਪ੍ਰਾਈਸ ਵੰਡਦੀਆਂ ਹਨ, ਮਿਨੀਮਮ ਤੇ ਮੈਕਸਿਮਮ। ਉਹ ਇੱਕ ਰੇਂਜ ਡਿਸਾਈਡ ਕਰ ਲੈਂਦੀ ਹੈ ਕਿ ਇਸ ਵਿੱਚ ਉਸਨੇ ਸ਼ੇਅਰਸ ਵੇਚਣੇ ਹਨ। ਇੱਥੇ ਧਿਆਨ ਰੱਖਣ ਯੋਗ ਗੱਲ ਹੈ ਕਿ ਕੰਪਨੀ ਦੇ ਹਰ ਸ਼ੇਅਰ ਦੀ ਕੀਮਤ ਇਕੁਅਲ ਹੁੰਦੀ ਹੈ। ਹੁਣ ਇਹ ਕੰਪਨੀ ਤੇ ਡਿਪੈਂਡ ਕਰਦਾ ਹੈ ਕਿ ਉਸਨੇ ਕਿੰਨੇ ਸ਼ੇਅਰਸ ਵੇਚਣੇ ਹਨ। ਫੋਰ ਐਗਜ਼ਾਮਪਲ,
ਮੰਨ ਲਓ ਇੱਕ ਵਾਇਰਲੈਸ ਹੈਡਫੋਨ ਦੀ ਕੰਪਨੀ ਦੀ ਕੀਮਤ 10 ਕਰੋੜ ਯਾਨੀ ਕਿ 100 ਮਿਲੀਅਨ ਰੁਪਏ ਹੈ, ਤਾਂ ਉਸਦੇ 1 ਕਰੋੜ ਯਾਨੀ ਕਿ 10 ਮਿਲੀਅਨ ਸ਼ੇਅਰਸ ਬਣਦੇ ਹਨ 10 ਰੁਪਏ ਪ੍ਰਤੀ ਸ਼ੇਅਰ ਦੇ ਹਿਸਾਬ ਨਾਲ। ਅਤੇ ਜੇਕਰ ਉਸ ਕੰਪਨੀ ਨੇ ਇਸ ਸ਼ੇਅਰਸ ਦੀ ਗਿਣਤੀ ਨੂੰ ਵਧਾਉਣਾ ਹੈ ਤਾਂ ਉਹ ਸ਼ੇਅਰਸ ਦੀ ਫੇਸ ਵੈਲਿਊ ਯਾਨੀ ਕਿ 10 ਰੁਪਏ ਨੂੰ ਘੱਟ ਕਰ ਦਿੰਦੇ ਹਨ। ਜਿਵੇਂ ਕਿ 10 ਰੁਪਏ ਵਾਲੇ ਸ਼ੇਅਰ ਨੂੰ ਉਹ ਕੰਪਨੀ 5 ਰੁਪਏ ਵਿੱਚ ਕਰ ਦਿੰਦੀ ਹੈ ਤੇ ਸ਼ੇਅਰਸ ਦੀ ਗਿਣਤੀ ਡਬਲ ਹੋ ਜਾਂਦੀ ਹੈ। ਭਾਵ ਕਿ ਹੁਣ ਇੱਕ ਸ਼ੇਅਰ ਹੋਲਡਰ ਉਹ ਵਿਅਕਤੀ ਹੁੰਦਾ ਹੈ ਜੋ ਕਿ ਸ਼ੇਅਰਸ ਨੂੰ ਖਰੀਦਦਾ ਹੈ ਅਤੇ ਉਹ ਵਿਅਕਤੀ ਹੁਣ 10 ਰੁਪਏ ਵਿੱਚ 2 ਸ਼ੇਅਰਸ ਖਰੀਦ ਸਕਦਾ ਹੈ। ਅਤੇ ਮੰਨ ਲਓ ਜੋ ਵਿਅਕਤੀ 10 ਰੁਪਏ ਵਾਲਾ ਸ਼ੇਅਰ ਖਰੀਦਣਾ ਅਫੋਰਡ ਨਹੀਂ ਕਰ ਸਕਦਾ ਸੀ, ਉਹ ਹੁਣ 5 ਰੁਪਏ ਵਿੱਚ ਸ਼ੇਅਰਸ ਖਰੀਦ ਸਕਦਾ ਹੈ। ਧਿਆਨ ਰੱਖਣ ਯੋਗ ਗੱਲ, ਜਦੋਂ ਵੀ ਕੋਈ ਕੰਪਨੀ ਆਪਣੇ ਸ਼ੇਅਰਸ ਵੇਚਦੀ ਹੈ ਤਾਂ ਉਹ 100% ਸ਼ੇਅਰਸ ਨਹੀਂ ਵੇਚਦੀ, ਕਿਉਂਕਿ ਓਨਰ ਹੁੰਦਾ ਹੈ ਕੰਪਨੀ ਦਾ, ਉਹ ਮੈਜੋਰਟੀ ਆਫ ਦਾ ਸ਼ੇਅਰਸ ਆਪਣੇ ਕੋਲ ਰੱਖਦਾ ਹੈ। ਭਾਵ ਕਿ ਉਹ ਅੱਧ ਤੋਂ ਜ਼ਿਆਦਾ ਹਿੱਸਾ ਆਪਣੇ ਕੋਲ ਰੱਖਦਾ ਹੈ ਤਾਂ ਜੋ ਉਸ ਦੀ ਡਿਸੀਜਨ ਮੇਕਿੰਗ ਪਾਵਰ ਬਣੀ ਰਹੇ। ਜੇਕਰ ਤੁਸੀਂ ਸਾਰੇ ਸ਼ੇਅਰਸ ਵੇਚ ਦਿੰਦੇ ਹੋ ਅਤੇ ਜਿੰਨੇ ਵਿਅਕਤੀ ਉਹ ਸ਼ੇਅਰਸ ਖਰੀਦਦੇ ਹਨ ਸਭ ਉਸ ਦੇ ਮਾਲਕ ਬਣ ਜਾਂਦੇ ਹਨ ਅਤੇ ਉਹ ਉਸ ਕੰਪਨੀ ਦੇ ਡਿਸੀਜਨ ਵੀ ਲੈ ਸਕਦੇ ਹਨ। ਭਾਵ ਕਿ ਜਿਸ ਕੋਲ ਕੰਪਨੀ ਦੇ 50% ਸ਼ੇਅਰ ਤੋਂ ਜ਼ਿਆਦਾ ਸ਼ੇਅਰਸ ਹੁੰਦੇ ਹਨ ਉਹ ਵਿਅਕਤੀ ਹੀ ਕੰਪਨੀ ਦੇ ਡਿਸੀਜਨ ਲੈਂਦਾ ਹੈ। ਇਸ ਲਈ ਕੰਪਨੀਆਂ ਦੇ ਫਾਊਂਡਰ 50% ਤੋਂ ਜ਼ਿਆਦਾ ਹਿੱਸਾ ਆਪਣੇ ਕੋਲ ਰੱਖਦੇ ਹਨ। ਹੁਣ ਜਿਨ੍ਹਾਂ ਲੋਕਾਂ ਨੇ ਕੰਪਨੀਆਂ ਦੇ ਸ਼ੇਅਰਸ ਖਰੀਦ ਲਏ ਹਨ, ਹੁਣ ਉਹ ਸ਼ੇਅਰਸ ਨੂੰ ਕਿਸੇ ਹੋਰ ਵਿਅਕਤੀ ਨੂੰ ਵੇਚ ਸਕਦੇ ਹਨ। ਇਸ ਨੂੰ ਕਹਿੰਦੇ ਹਨ ਸੈਕੰਡਰੀ ਮਾਰਕੀਟ ਦੋਸਤੋ, ਜਿੱਥੇ ਲੋਕ ਆਪਸ ਵਿੱਚ ਸ਼ੇਅਰਸ ਖਰੀਦਦੇ ਅਤੇ ਵੇਚਦੇ ਹਨ, ਸ਼ੇਅਰਸ ਦੀ ਟ੍ਰੇਡਿੰਗ ਕਰਦੇ ਹਨ। ਪ੍ਰਾਇਮਰੀ ਮਾਰਕੀਟ ਨੇ ਆਪਣਾ ਸ਼ੇਅਰਸ ਦਾ ਪ੍ਰਾਈਸ ਰੱਖ ਦਿੱਤਾ ਸੀ, ਹੁਣ ਸੈਕੰਡਰੀ ਮਾਰਕੀਟ ਕੁਝ ਵੀ ਨਹੀਂ ਕਰ ਸਕਦੀ ਕਿਉਂਕਿ ਸ਼ੇਅਰਸ ਦਾ ਪ੍ਰਾਈਸ ਉਸ ਦੀ ਡਿਮਾਂਡ ਦੇ ਹਿਸਾਬ ਨਾਲ ਉੱਪਰ ਨੀਚੇ ਹੁੰਦਾ ਰਹੇਗਾ। ਦੋਸਤੋ ਆਲਮੋਸਟ ਹਰ ਕੰਟਰੀ ਦੀ ਆਪਣੀ ਸਟਾਕ ਐਕਸਚੇਂਜ ਹੁੰਦੀ ਹੈ। ਇੰਡੀਆ ਵਿੱਚ 2 ਸਭ ਤੋਂ ਪਪੂਲਰ ਸਟਾਕ ਐਕਸਚੇਂਜ ਮਾਰਕੀਟ ਹਨ। The first one is Bombay Stock Exchange, ਜਿਸ ਦੇ ਵਿੱਚ ਤਕਰੀਬਨ 5400 ਕੰਪਨੀਆਂ ਰਜਿਸਟਰਡ ਹਨ, ਐਂਡ the second one is National Stock Exchange, ਜਿਸ ਦੇ ਵਿੱਚ ਤਕਰੀਬਨ 1700 ਕੰਪਨੀਆਂ ਰਜਿਸਟਰਡ ਹਨ। ਹੁਣ ਇੰਨੀਆਂ ਸਾਰੀਆਂ ਕੰਪਨੀਆਂ ਇਸ ਦੇ ਵਿੱਚ ਰਜਿਸਟਰਡ ਹਨ ਤੇ ਜੇਕਰ ਤੁਸੀਂ ਵੀ ਆਪਣੀ ਕੰਪਨੀ ਦੇ ਸ਼ੇਅਰਸ ਉੱਥੇ ਜਾ ਕੇ ਵੇਚਣਾ ਚਾਹੁੰਦੇ ਹੋ ਤਾਂ ਇਸ ਨੂੰ ਕਿਹਾ ਜਾਂਦਾ ਹੈ ਪਬਲਿਕ ਲਿਸਟਿੰਗ ਕਰਵਾਉਣਾ ਆਪਣੀ ਕੰਪਨੀ ਦੀ। ਜੇਕਰ ਇਹ ਕਿਸੇ ਕੰਪਨੀ ਦੀ ਪਹਿਲੀ ਵਾਰ ਹੋ ਰਿਹਾ ਹੁੰਦਾ ਹੈ ਤਾਂ ਉਸ ਨੂੰ ਕਹਿੰਦੇ ਹਨ IPO, ਮੀਨਸ ਇਨੀਸ਼ੀਅਲ ਪਬਲਿਕ ਆਫਰਿੰਗ, ਯਾਨੀ ਕਿ ਪਬਲਿਕ ਨੂੰ ਪਹਿਲੀ ਵਾਰੀ ਸ਼ੇਅਰਸ ਆਫਰ ਕਰਨਾ। ਪੁਰਾਣੇ ਜ਼ਮਾਨੇ ਵਿੱਚ ਇਹ ਕੰਮ ਬਹੁਤ ਆਸਾਨ ਸੀ, ਕੋਈ ਵੀ ਆਸਾਨੀ ਨਾਲ ਪਬਲਿਕ ਦੇ ਸਾਹਮਣੇ ਜਾ ਕੇ ਸ਼ੇਅਰ ਵੇਚ ਸਕਦਾ ਸੀ, ਪਰ ਅੱਜ ਦੇ ਸਮੇਂ ਦੋਸਤੋ ਇਹ ਪ੍ਰੋਸੀਜਰ ਬਹੁਤ ਹੀ ਜ਼ਿਆਦਾ ਲੰਬਾ ਤੇ ਕੰਪਲਿਕੇਟਡ ਹੋ ਗਿਆ ਹੈ। ਇਹ ਹੋਣਾ ਵੀ ਚਾਹੀਦਾ ਹੈ ਕਿਉਂਕਿ ਇਸ ਨਾਲ ਲੋਕਾਂ ਨੂੰ ਠੱਗਣਾ ਬਹੁਤ ਆਸਾਨ ਹੋ ਜਾਂਦਾ ਹੈ ਕਿਸੇ ਵੀ ਵਿਅਕਤੀ ਲਈ, ਕਿਉਂਕਿ ਕੋਈ ਵੀ ਆਪਣੀ ਫੇਕ ਕੰਪਨੀ ਬਣਾ ਕੇ ਲੋਕਾਂ ਨੂੰ ਝੂਠ ਬੋਲ ਸਕਦਾ ਹੈ ਤੇ ਲੋਕਾਂ ਨੂੰ ਕੰਪਨੀ ਵਿੱਚ ਪੈਸਾ ਲਗਾਉਣ ਲਈ ਕਹਿ ਸਕਦਾ ਹੈ ਅਤੇ ਜਦੋਂ ਲੋਕ ਉਸ ਵਿੱਚ ਪੈਸਾ ਲਗਾਉਣਗੇ ਤਾਂ ਉਹ ਪੈਸੇ ਲੈ ਕੇ ਫਰਾਰ ਹੋ ਜਾਂਦਾ ਹੈ। ਅਜਿਹੇ ਸਕੈਮਸ ਇੰਡੀਆ ਵਿੱਚ ਪਹਿਲਾਂ ਵੀ ਕਈ ਵਾਰ ਹੋਏ ਹਨ। ਇਹਨਾਂ ਨੇ ਵੀ ਇਹੀ ਕੰਮ ਕੀਤਾ ਸੀ, ਲੋਕਾਂ ਨੂੰ ਬੇਵਕੂਫ ਬਣਾ ਕੇ ਪੈਸੇ ਲੁੱਟ ਕੇ ਭੱਜ ਗਏ ਸਨ ਅਤੇ ਜਿਵੇਂ ਜਿਵੇਂ ਇਹ ਸਕੈਮਸ ਹੁੰਦੇ ਰਹੇ ਤਾਂ ਸਟਾਕ ਐਕਸਚੇਂਜ ਨੂੰ ਮਹਿਸੂਸ ਹੋਇਆ ਕਿ ਉਹਨਾਂ ਨੂੰ ਆਪਣੇ ਪ੍ਰੋਸੀਜਰ ਨੂੰ ਹੋਰ ਜ਼ਿਆਦਾ ਸਟਰੋਂਗ ਬਣਾਉਣਾ ਪਵੇਗਾ। ਇਸ ਲਈ ਉਹ ਰੈਗੂਲੇਸ਼ਨਸ ਨੂੰ ਹੋਰ ਜ਼ਿਆਦਾ ਸਟਰੋਂਗ ਬਣਾਉਂਦੇ ਰਹੇ, ਜਿਸ ਕਾਰਨ ਹੁਣ ਕਾਫੀ ਕੰਪਲਿਕੇਟਡ ਰੂਲਸ ਹਨ। ਸੇਬੀ, ਸਿਕਿਉਰਿਟੀ ਐਂਡ ਬੋਰਡ ਐਕਸਚੇਂਜ ਆਫ ਇੰਡੀਆ, ਇਹ ਇੱਕ ਰੈਗੂਲੇਟਰੀ ਬੋਰਡ ਹੈ ਦੋਸਤੋ ਜੋ ਕਿ ਸਭ ਕੁਝ ਦੇਖਦੀ ਹੈ ਕਿ ਕਿਹੜੀ ਕੰਪਨੀ ਨੂੰ ਸਟਾਕ ਮਾਰਕੀਟ ਵਿੱਚ ਲਿਸਟ ਕੀਤਾ ਜਾ ਰਿਹਾ ਹੈ, ਸਹੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਜਾਂ ਨਹੀਂ ਕੀਤਾ ਜਾ ਰਿਹਾ। ਅਤੇ ਜੇਕਰ ਤੁਸੀਂ ਵੀ ਇਹ ਕਰਨਾ ਹੈ ਤਾਂ ਦੋਸਤੋ ਤੁਹਾਨੂੰ ਸੇਬੀ ਦੇ ਫਾਰਮਸ ਨੂੰ ਫੁੱਲਫਿਲ ਕਰਨਾ ਪਵੇਗਾ। ਇਸ ਦੇ ਨੋਰਮਸ ਬਹੁਤ ਹੀ ਜ਼ਿਆਦਾ ਸਟ੍ਰਿਕਟ ਹਨ। ਤੁਹਾਡੀ ਕੰਪਨੀ ਦੇ ਕਾਫੀ ਚੈੱਕਸ ਤੇ ਬੈਲੈਂਸ ਹੋਣੇ ਚਾਹੀਦੇ ਹਨ। 2 ਆਡੀਟਰਸ ਨੇ ਤੁਹਾਡੀ ਕੰਪਨੀ ਨੂੰ ਚੈੱਕ ਕੀਤਾ ਹੋਵੇ। 3 ਸਾਲ ਤੱਕ ਦਾ ਸਮਾਂ ਇਸ ਸਾਰੇ ਪ੍ਰੋਸੀਜਰ ਨੂੰ ਲੱਗ ਸਕਦਾ ਹੈ। 50 ਤੋਂ ਜ਼ਿਆਦਾ ਸ਼ੇਅਰ ਹੋਲਡਰਸ ਪਹਿਲਾਂ ਹੀ ਹੋਣੇ ਚਾਹੀਦੇ ਹਨ ਤੁਹਾਡੀ ਕੰਪਨੀ ਦੇ, ਜੇ ਤੁਸੀਂ ਆਪਣੀ ਕੰਪਨੀ ਨੂੰ ਪਬਲਿਕ ਲਿਸਟਿੰਗ ਕਰਵਾਉਣਾ ਚਾਹੁੰਦੇ ਹੋ ਕਿਸੇ ਵੀ ਕੰਪਨੀ ਨੂੰ। ਅਤੇ ਜਦੋਂ ਤੁਸੀਂ ਆਪਣੇ ਸ਼ੇਅਰਸ ਨੂੰ ਵੇਚਣ ਜਾਵੋਗੇ, ਜੇਕਰ ਉਸ ਦਾ ਕੋਈ ਵੀ ਡਿਮਾਂਡ ਨਹੀਂ ਹੋਵੇਗੀ, ਸੇਬੀ ਉਸ ਕੰਪਨੀ ਨੂੰ ਲਿਸਟ ਵਿੱਚੋਂ ਹਟਾ ਵੀ ਸਕਦੀ ਹੈ। ਤੇ ਹੁਣ ਤੁਸੀਂ ਕਿਸ ਤਰ੍ਹਾਂ ਸਟਾਕ ਮਾਰਕੀਟ ਵਿੱਚ ਪੈਸਾ ਇਨਵੈਸਟ ਕਰ ਸਕਦੇ ਹੋ? ਇੰਟਰਨੈਟ ਦੇ ਆਉਣ ਤੋਂ ਪਹਿਲਾਂ ਤੁਹਾਨੂੰ ਇਹ ਕੰਮ ਬੰਬੇ ਸਟਾਕ ਐਕਸਚੇਂਜ ਵਿੱਚ ਜਾ ਕੇ ਖਰੀਦ ਵੇਚ ਕਰਨੀ ਪੈਂਦੀ ਸੀ, ਪਰ ਇੰਟਰਨੈਟ ਦੇ ਆਉਣ ਤੋਂ ਬਾਅਦ ਹੁਣ ਤੁਹਾਨੂੰ ਸਿਰਫ 3 ਚੀਜ਼ਾਂ ਦੀ ਜ਼ਰੂਰਤ ਹੈ: ਬੈਂਕ ਅਕਾਊਂਟ, ਟ੍ਰੇਡਿੰਗ ਅਕਾਊਂਟ ਤੇ ਡੀਮੈਟ ਅਕਾਊਂਟ। ਬੈਂਕ ਅਕਾਊਂਟ ਦੀ ਜ਼ਰੂਰਤ ਤੁਹਾਨੂੰ ਆਪਣੇ ਪੈਸੇ ਨੂੰ ਰੱਖਣ ਲਈ ਪਵੇਗੀ ਤੇ ਟ੍ਰੇਡਿੰਗ ਅਕਾਊਂਟ ਇਸ ਲਈ ਤਾਂ ਜੋ ਤੁਸੀਂ ਟ੍ਰੇਡ ਕਰ ਸਕੋ, ਯਾਨੀ ਕਿ ਪੈਸੇ ਇਨਵੈਸਟ ਕਰ ਸਕੋ ਕਿਸੇ ਕੰਪਨੀ ਦੇ ਵਿੱਚ। ਤੇ ਡੀਮੈਟ ਅਕਾਊਂਟ ਹੁੰਦਾ ਹੈ ਦੋਸਤੋ ਜੋ ਤੁਸੀਂ ਸਟਾਕਸ ਖਰੀਦੇ ਹੋ ਉਸ ਨੂੰ ਸਟੋਰ ਕਰਨ ਲਈ, ਡਿਜੀਟਲ ਫਾਰਮ ਦੇ ਵਿੱਚ ਸਟੋਰ ਕਰਨ ਲਈ ਉਹਨਾਂ ਸਟਾਕਸ ਨੂੰ।
ਅੱਜਕੱਲ ਬੈਂਕ 3 in 1 ਅਕਾਊਂਟ ਦੇਣ ਲੱਗੇ ਹਨ, ਯਾਨੀ ਕਿ ਤਿੰਨੋਂ ਅਕਾਊਂਟ ਤੁਹਾਡੇ ਬੈਂਕ ਅਕਾਊਂਟ ਦੇ ਅੰਦਰ ਹੀ ਇਨਵੋਲਵਡ ਹੁੰਦੇ ਹਨ। ਅਤੇ ਸਾਡੇ ਵਰਗੇ ਲੋਕਾਂ ਨੂੰ ਕਿਹਾ ਜਾਂਦਾ ਹੈ ਰਿਟੇਲ ਇਨਵੈਸਟਰਸ, ਯਾਨੀ ਕਿ ਆਮ ਲੋਕ ਜੋ ਕਿ ਇਨਵੈਸਟ ਕਰਨਾ ਚਾਹੁੰਦੇ ਹਨ ਸਟਾਕ ਮਾਰਕੀਟ ਵਿੱਚ। ਸੋ ਰਿਟੇਲ ਇਨਵੈਸਟਰਸ ਨੂੰ ਇਨਵੈਸਟ ਕਰਨ ਲਈ ਹਮੇਸ਼ਾ ਇੱਕ ਬ੍ਰੋਕਰ ਦੀ ਲੋੜ ਹੁੰਦੀ ਹੈ। ਬ੍ਰੋਕਰ ਉਹ ਵਿਅਕਤੀ ਹੁੰਦਾ ਹੈ ਜੋ ਕਿ ਬਾਇਰ ਅਤੇ ਸੈਲਰ ਨੂੰ ਕਨੈਕਟ ਕਰਦਾ ਹੈ, ਅਤੇ ਇਹ ਬ੍ਰੋਕਰ ਕੋਈ ਬੈਂਕ ਵੀ ਹੋ ਸਕਦਾ ਹੈ ਜਾਂ ਕੋਈ ਥਰਡ ਪਾਰਟੀ ਐਪ ਵੀ ਹੋ ਸਕਦੀ ਹੈ। ਜਦੋਂ ਤੁਸੀਂ ਬ੍ਰੋਕਰ ਦੇ ਥਰੂ ਆਪਣੇ ਪੈਸੇ ਸਟਾਕ ਮਾਰਕੀਟ ਵਿੱਚ ਲਗਾਉਂਦੇ ਹੋ ਤਾਂ ਇਹ ਆਪਣਾ ਕੁਝ ਕਮਿਸ਼ਨ ਵੀ ਰੱਖ ਲੈਂਦਾ ਹੈ, ਜਿਸ ਨੂੰ ਕਿ ਬ੍ਰੋਕਰੇਜ ਰੇਟ ਕਿਹਾ ਜਾਂਦਾ ਹੈ। ਇੱਕ ਬੈਂਕ ਦੇ ਮੁਤਾਬਿਕ ਇਹ ਬ੍ਰੋਕਰੇਜ ਰੇਟ 1% ਵੀ ਹੋ ਸਕਦਾ ਹੈ, ਜੋ ਕਿ ਬਹੁਤ ਜ਼ਿਆਦਾ ਹੈ, ਪਰ ਇਹ ਕੁਝ ਕੰਪਨੀਆਂ 0.5% ਜਾਂ 0.1% ਵੀ ਦੇ ਦਿੰਦੀਆਂ ਹਨ। ਅਤੇ ਹੁਣ ਸਵਾਲ ਇਹ ਹੈ ਕਿ ਤੁਹਾਡਾ ਸਟਾਕ ਮਾਰਕੀਟ ਵਿੱਚ ਇਨਵੈਸਟ ਕਰਨਾ ਸੇਫ ਹੈ ਜਾਂ ਨਹੀਂ, ਤਾਂ ਇਸ ਦਾ ਜਵਾਬ ਇਹ ਹੈ ਕਿ ਤੁਸੀਂ ਇਸ ਵਿੱਚ ਇਨਵੈਸਟ ਕਰ ਸਕਦੇ ਹੋ, ਪਰ ਤੁਹਾਨੂੰ ਸ਼ੇਅਰ ਮਾਰਕੀਟ ਵਿੱਚ ਲਿਸਟਡ ਹਰ ਕੰਪਨੀ ਜਿਸ ਵਿੱਚ ਤੁਸੀਂ ਇਨਵੈਸਟ ਕਰਨਾ ਹੋਵੇ ਉਸ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਅਤੇ ਇਸੇ ਤਰ੍ਹਾਂ ਦੀਆਂ ਸਟੋਰੀਜ਼ ਕਿਵੇਂ ਕੁਝ ਲੋਕਾਂ ਨੇ ਛੋਟੇ ਜਿਹੇ ਕਾਰੋਬਾਰ ਨੂੰ $1 ਮਿਲੀਅਨ ਕੰਪਨੀਆਂ ਦੇ ਵਿੱਚ ਬਦਲ ਦਿੱਤਾ, ਕਿਵੇਂ ਕੁਝ ਸਾਧਾਰਨ ਇਨਸਾਨਾਂ ਨੇ ਦੁਨੀਆ ਨੂੰ ਬਦਲ ਕੇ ਰੱਖ ਦਿੱਤਾ, ਲੈ ਕੇ ਆਵਾਂਗੇ ਆਪਣੀ ਨੈਕਸਟ ਵੀਡੀਓਜ਼ ਦੇ ਵਿੱਚ। ਸੋ ਇਸੇ ਤਰ੍ਹਾਂ ਦੀਆਂ ਇਨਫੋਰਮੇਸ਼ਨ ਨਾਲ ਭਰਪੂਰ ਵੀਡੀਓਜ਼ ਦੇਖਣ ਲਈ ਬਣੇ ਰਹੋ ਆਪਣੇ ਚੈਨਲ ਪੰਜਾਬੀ IQ ਤੇ। ਸੋ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਮਿਲਦੇ ਹਾਂ ਨੈਕਸਟ ਵੀਡੀਓ ਵਿੱਚ। ਸਤਿ ਸ੍ਰੀ ਅਕਾਲ।